ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ, ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮ ਓੰਕਾਰ ਜੋਰੀ, ਨਾਮ ਓੰਕਾਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ,
ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਖਰੇ ਰਹੇ ਨਿਹਚਲ ਸਕਲ ਨੇਰੇ ਤਬ ਆਇਓ। ਸਤਿਗੁਰ ਚਰਨ ਸਰੋਜ ਤੇ ਪਨਹੀ ਨਿਕਸਾਇਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਰੇ ਰਹੇ ਨਿਹਚਲ ਸਕਲ ਨੇਰੇ ਤਬ ਆਇਓ। ਸਤਿਗੁਰ ਚਰਨ ਸਰੋਜ ਤੇ ਪਨਹੀ ਨਿਕਸਾਇਓ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਂਗੜਪੁਰ ਰਾਏ ਜੋਧ ਦੇ ਨਗਰ ਵਿੱਚ ਡੇਰਾ ਲਾਇਆ ਹੋਇਆ ਹੈ। 3 ਰਾਤਾਂ ਬਤੀਤ ਕਰਕੇ ਚੌਥੇ ਦਿਨ ਗੁਰੂ ਸਾਹਿਬ ਜੀ ਨੇ ਮਨ ਦੇ ਵਿੱਚ ਵਿਚਾਰ ਬਣਾਈ, ਰਾਏ ਜੋਧ ਨੂੰ ਕਹਿੰਦੇ ਚਲੋ ਸ਼ਿਕਾਰ ਖੇਡਣ ਚੱਲੀਏ। ਸ਼ਿਕਾਰ ਖੇਡਣ ਦੇ ਬਹਾਨੇ ਸਤਿਗੁਰੂ ਜੀ ਕਾਂਗੜਪੁਰ ਤੋਂ ਕਈ ਕੋ ਅੱਗੇ ਨਿਕਲ ਗਏ। ਅੱਗੇ ਖੁੱਲ੍ਹੀ ਥਾਂ ਦੇਖੀ, ਜਲ ਦੇਖਿਆ, ਔਰ ਸਤਿਗੁਰੂ ਜੀ ਨੇ ਤਾਂ ਕਹਿ ਦਿੱਤਾ, ਭਾਈ ਸਿੱਖੋ ਅੱਜ ਇੱਥੇ ਡੇਰਾ ਕਰੋ, ਅੱਜ ਇੱਥੇ ਡੇਰਾ ਲਾਵਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਘੋੜੇ ਤੋਂ ਥੱਲੇ ਉਤਰੇ, ਇੱਕ ਪਾਸੇ ਵੇਖ ਰਹੇ ਨੇ ਕਿ ਵੱਡਾ ਅਜਗਰ ਹੈ ਕਿ ਜਿਹੜਾ ਬੜੀ ਮੁਸ਼ਕਲ ਹੌਲੀ ਹੌਲੀ ਹਿੱਲਦਾ, ਹੌਲੀ ਹੌਲੀ ਤੁਰਦਾ ਹੈ, ਔਰ ਉਹਦੀ ਚਾਲ ਤੋਂ ਵੇਖ ਕੇ ਲੱਗਦਾ ਕਿ ਉਹ ਕੋਈ ਦੁਖੀ ਹੈ ਜਾਂ ਬਿਮਾਰ ਹੈ। ਪਰ ਅਜਗਰ ਕਿਉਂਕਿ ਫਿਰ ਵੀ ਅਜਗਰ ਹੈ, ਸਿੱਖਾਂ ਨੇ ਦੇਖਿਆ, ਕਿਰਪਾਨਾਂ ਕੱਢ ਲਈਆਂ, ਨੇਜੇ ਕੱਢੇ, ਦੌੜੇ ਮਾਰਨ ਵਾਸਤੇ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੋਕ ਦਿੱਤਾ, ਪਈ ਇਹਨੂੰ ਹਜੇ ਮਾਰਿਓ ਨਾ, ਕਿਉਂਕਿ ਅਜਗਰ ਵੇਖ ਕੇ ਏਡਾ ਵੱਡਾ ਸੱਪ ਜਿਹੜਾ ਪੂਰੇ ਬੰਦੇ ਨੂੰ ਨਿਕਲ ਜਾਏ, ਹਰ ਕੋਈ ਚੁਕੰਨਾ ਹੁੰਦਾ ਹੈ। ਸਿੱਖਾਂ ਨੂੰ ਰੋਕ ਦਿੱਤਾ। ਗੁਰੂ ਸਾਹਿਬ ਜੀ ਅਡੋਲ ਨਿਸ਼ਚਲ ਉਸ ਥਾਂ 'ਤੇ ਖੜ੍ਹੇ ਰਹੇ। ਅਤੇ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ, ਉਹ ਜਿਹੜਾ ਸੱਪ ਹੈ ਨਾ ਹੌਲੀ ਹੌਲੀ ਰਿੜਦਾ ਹੋਇਆ ਗੁਰੂ ਸਾਹਿਬ ਦੇ ਨੇੜੇ, ਗੁਰੂ ਸਾਹਿਬ ਜੀ ਵੱਲੇ ਸਿੱਧਾ ਆ ਰਿਹਾ ਸੀ, ਨੇੜੇ ਆਇਆ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨਾਂ ਕਮਲਾਂ ਦੇ ਵਿੱਚੋਂ ਇੱਕ ਚਰਨ ਦੇ ਵਿੱਚੋਂ ਆਪਣਾ ਜੋੜਾ ਜਿਹੜਾ ਸੀ ਉਹ ਲਾ ਦਿੱਤਾ। ਤਹਿਨ ਅੰਗੁਸ਼ਟ ਉਠਾਏ ਕਰ ਤਿਹ ਸੀਸ ਸੁਹਾਇਓ। ਅਜਗਰ ਜਿਹੜਾ ਆਇਆ ਹੀ ਇਸ ਹਿਸਾਬ ਨਾਲ ਸੀ ਕਿ ਉਹ ਥੱਲੇ ਥੱਲੇ ਰਿੜਦਾ ਹੋਇਆ ਆਇਆ ਹੈ, ਕਿ ਹਮਲਾ ਨਹੀਂ ਕਰਨਾ ਚਾਹੁੰਦਾ ਸੀ ਕਿ ਮਰਾਂ, ਮੇਰੀ ਜਾਨ ਕਿਤੇ ਨਿਕਲੇ, ਮੁਕਤੀ ਚਾਹੁੰਦਾ ਸੀ ਇਸ ਸਰੀਰ ਦੇ ਵਿੱਚੋਂ। ਸਤਿਗੁਰੂ ਜੀ ਦੇ ਨੇੜੇ ਆਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ, ਸੱਜੇ ਪੈਰ ਦਾ ਅੰਗੂਠਾ ਇਹਦੇ ਸਿਰ ਦੇ ਉੱਤੇ ਛੁਹਾ ਦਿੱਤਾ। ਪਤਿਤ ਪੁਨੀਤੇ ਕੋ ਪਰਸ ਬਹੁ ਪਾਪ ਮਿਟਾਇਓ। ਪਾਪਾਂ ਨੂੰ ਪਵਿੱਤਰ ਕਰਨ ਵਾਲੇ ਗੁਰੂ ਸਾਹਿਬ ਦੇ ਚਰਨ ਕਮਲ ਦੇ ਅੰਗੂਠੇ ਨੂੰ ਛੂੰਹਦਿਆਂ ਨਾਲ ਇਹਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਨੇ ਉਹ ਮਿਟ ਗਏ।
ਭਗਨ ਸ਼ੇਸ਼ ਪਾ ਉਦਰ ਲੱਗ ਮਰ ਗਾ ਤਤਕਾਲਾ। ਸਿਰ ਤੋਂ ਪੇਟ ਤੱਕ ਜ਼ਖਮੀ ਹੋਇਆ ਸੀ ਇਹ ਜਿਹੜਾ ਅਜਗਰ ਹੈ। ਗੁਰੂ ਸਾਹਿਬ ਦੇ ਚਰਨ ਸਪਰਸ਼ ਕਰਦਿਆਂ ਨਾਲੇ ਮਰ ਗਿਆ, ਦੀ ਜਾਨ ਨਿਕਲ ਗਈ। ਕਲਮ ਲਾਤ ਵਿੱਚ ਕਿਰਮ ਲਗੂ ਕਾਟਤ ਨਿਤ ਜਾਲਾ। ਜ਼ਖਮ ਪੁਰਾਣਾ ਹੋਣ ਕਰਕੇ ਇਹਦੇ ਜ਼ਖਮਾਂ ਦੇ ਵਿੱਚ ਕੀੜੇ ਪਏ ਹੋਏ ਸਨ। ਜਿਹਨੂੰ ਇਹਨੂੰ ਕੱਟਦੇ ਸਨ ਅੰਦਰੋਂ ਦੁਖੀ ਕਰਦੇ ਸਨ, ਤੜਫਦਾ ਸੀ, ਚਾਹੁੰਦਾ ਸੀ ਮਰਾਂ, ਪਰ ਜਾਨ ਦੀ ਨਿਕਲਦੀ ਨਹੀਂ ਸੀ। ਅੰਤਰ ਤੇ ਪੂਰਨ ਹੁਤੋ ਆ ਮਿੱਖ ਤਿਸ ਖਾਤੇ। ਅੰਤਰ ਤੇ ਪੂਰੋ ਹੁਤੇ, ਜਿੱਥੇ ਜ਼ਖਮ ਸੀ ਅੰਦਰ ਥੱਲੇ ਤੱਕ ਸਾਰਾ ਕੀੜਿਆਂ ਨਾਲ ਹੀ ਭਰਿਆ ਹੋਇਆ ਸੀ। ਇਹਦੇ ਮਾਸ ਨੂੰ ਨਿੱਤ ਤੋੜ ਤੋੜ ਕੇ ਖਾਂਦੇ ਸਨ। ਸਦਾ ਦੇਤ ਸੰਕਟ ਅਧਿਕ ਬਸ ਚੱਲੇ ਨਾ ਜਾਤੇ। ਕਿਉਂਕਿ ਕੀੜੇ ਖਾਂਦੇ ਸਨ, ਇਹ ਦੁਖੀ ਹੁੰਦਾ ਸੀ, ਪਰ ਵਸ ਚੱਲਦਾ ਕੋਈ ਨਹੀਂ ਸੀ। ਦੇਖੋ ਇਹ ਤਾਂ ਇੱਕ ਸੱਪ ਹੈ ਨਾ, ਜ਼ਖਮ ਹੋ ਗਿਆ, ਨਹੀਂ ਕਿਤੋਂ ਇਲਾਜ ਹੋਇਆ, ਕੀੜੇ ਪੈ ਜਾਣੇ, ਇਹ ਆਮ ਹੋ ਜਾਂਦਾ ਹੈ। ਪਰ ਕੀਤੇ ਹੋਏ ਪਾਪਾਂ ਦਾ ਵੀ ਇੱਥੇ ਹਿਸਾਬ ਕਿਤਾਬ ਹੁੰਦਾ ਹੈ। ਕਿਤੇ ਕਿਤੇ ਕੋਈ ਨਾ ਕੋਈ ਸਾਨੂੰ ਸੁਣਨ ਵਿੱਚ ਆ ਜਾਂਦਾ ਹੈ ਕਿ ਬੰਦਾ ਵੀ ਮੰਜੇ 'ਤੇ ਪਿਆ ਹੋਇਆ ਇਸੇ ਤਰ੍ਹਾਂ ਤੜਫਦਾ, ਔਰ ਬੰਦਿਆਂ ਨੂੰ ਕੀੜੇ ਪੈ ਜਾਂਦੇ ਨੇ, ਮਨੁੱਖੇ ਸਰੀਰ ਨੂੰ ਕੀੜੇ ਪੈ ਜਾਂਦੇ ਨੇ। ਇਹ ਕੀੜੇ ਨਿੱਤ ਇਹਦੇ ਮਾਸ ਨੂੰ ਤੋੜ ਤੋੜ ਕੇ ਖਾਂਦੇ ਸਨ। ਜਦੋਂ ਇਹ ਮਰਿਆ, ਇਹ ਮੋਟੇ ਮੋਟੇ ਕੀੜੇ ਵਿੱਚੋਂ ਨਿਕਲਣੇ ਬਾਹਰ ਸ਼ੁਰੂ ਹੋ ਗਏ। ਨਿਕਟ ਖਰੇ ਸਭ ਦੇਖਤੇ ਸੁਣ ਪਹੁੰਚੇ ਧਾਏ। ਹੁਣ ਨੇੜੇ ਖਲੋਤੇ ਸਾਰੇ ਸਿੱਖ ਵੇਖ ਰਹੇ ਸਨ। ਸੱਪ ਨੂੰ ਵੇਖਣ ਵਾਸਤੇ ਹੋਰ ਧਾ ਕੇ ਅੱਗੇ ਆਏ ਨੇ। ਵਿਦੇ 'ਚ ਅੰਦਰ ਜੋਧ ਆਦ ਔਰ ਮਹਿ ਬਿਸਮਾਏ। ਇਹਦੇ ਤਨ ਦੇ ਵਿੱਚੋਂ ਨਿਕਲਦੇ ਹੋਏ ਕੀੜੇ ਵੇਖ ਕੇ ਕਿ ਅੱਧਾ ਸਰੀਰ ਜਿਹੜਾ ਉਹਦਾ ਚੀਰਿਆ ਪਿਆ ਹੈ, ਜ਼ਖਮ ਹੋਏ ਨੇ, ਅੰਦਰ ਤੱਕ ਕੀੜੇ ਕੀੜੇ ਭਰੇ ਪਏ ਨੇ। ਭਾਈ ਵਿਦੇ ਚੰਦ ਰਾਏ ਜੋਧ ਵੇਖ ਕੇ ਬੜੇ ਹੈਰਾਨ ਹੋਏ। ਬੂਝਣ ਕਿਨ ਜੋਰ ਕਰ ਇਹ ਕਿਮ ਆਇਓ। ਹੁਣ ਭਾਈ ਵਿਦੇ ਚੰਦ ਜਾਣਦੇ ਸਨ ਕਿ ਗੁਰੂ ਸਾਹਿਬ ਜੀ ਤੇ ਅੰਤਰਜਾਮੀ ਨੇ, ਇਹਨਾਂ ਨੂੰ ਤਾਂ ਸਭ ਪਤਾ ਹੈ। ਹੱਥ ਜੋੜ ਕੇ ਪੁੱਛ ਲਿਆ, ਸਤਿਗੁਰੂ ਜੀ ਕਿਰਪਾ ਕਰੋ, ਇਹ ਇੱਥੇ ਆਇਆ ਕਿਉਂ ਹੈ? ਬੂਝਣ ਕਿਨ ਜੋਰ ਕਰ ਇਹ ਕਿਮ ਆਇਓ। ਚਰਨ ਸ਼ੁਭਤ ਹੀ ਆਪ ਕੋ ਨਿਜ ਤਨ ਮੁਕਤਾਇਓ। ਕਿ ਸਤਿਗੁਰੂ ਜੀ ਇੱਥੇ ਕਿਉਂ ਆਇਆ? ਆਪ ਜੀ ਦੇ ਚਰਨ ਸਹੁੰਦਿਆਂ ਨਾਲ ਹੀ, ਸਪਰਸ਼ ਕਰਦਿਆਂ ਨਾਲ ਹੀ ਇਹ ਸਰੀਰ ਤੋਂ ਮੁਕਤ ਹੋ ਗਿਆ ਹੈ। ਪਰੇ ਕਿਰਮ ਕਿਮ ਘਣੇ ਤਨ ਇਹ ਚਰਜ ਜੋਵਾ। ਤੇ ਫਿਰ ਸਤਿਗੁਰੂ ਜੀ ਦੂਸਰੀ ਗੱਲ ਹੈ ਕਿ ਇਹਨੂੰ ਕਿਰਮ ਬੜੇ ਪਏ ਨੇ, ਇੰਨੇ ਕੀੜੇ। ਇਹ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਲਮਲ ਕੇ ਕਰੇ ਤੇ ਇਮ ਦੁੱਖ ਫਲ ਹੋਵਾ। ਔਰ ਸਿੱਖੇ ਤੇ ਜਾਣਦੇ ਹੀ ਨੇ ਕਿ ਕੋਈ ਨਾ ਕੋਈ ਪਾਪ ਕੀਤੇ ਹੋਣੇ ਨੇ, ਇਵੇਂ ਦੀ ਹਾਲਤ ਤਾਂ ਹੀ ਹੋਈ। ਭਾਈ ਵਿਦੇ ਚੰਦ ਹੱਥ ਜੋੜ ਕੇ ਪੁੱਛਦਾ, ਸਤਿਗੁਰੂ ਜੀ ਇਹਨੇ ਇਵੇਂ ਦੇ ਕਿਹੜੇ ਪਾਪ ਕੀਤੇ? ਪਹਿਲੀ ਗੱਲ, ਇਹਨੂੰ ਸਰੀਰ ਇਹ ਮਿਲਿਆ ਸੱਪ ਵਾਲਾ, ਤੇ ਫਿਰ ਜਦੋਂ ਇਹ ਸਰੀਰ ਤੋਂ ਵੀ ਇਹਨੇ ਨਿਕਲਣਾ ਸੀ, ਇਵੇਂ ਦੀ ਬੁਰੀ ਹਾਲਤ ਇਹਦੀ ਕਿਉਂ ਹੋਈ? ਕਿੰਨੇ ਕੁ ਪਾਪ ਕੀਤੇ ਨੇ। ਸ੍ਰੀ ਹਰਗੋਬਿੰਦ ਸਬਨ ਸੋ ਇਹ ਗਾਥ ਉਚਾਰੀ। ਉਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇਸ ਸੱਪ ਦੇ ਪਿਛਲੇ ਜਨਮ ਦੀ ਜਿਹੜੀ ਗਾਥਾ ਹੈ ਉਹ ਸਾਰਿਆਂ ਨੂੰ ਸੁਣਾਈ। ਪੂਰਬ ਜਨਮ ਮਹੰਤ ਇਹ ਵਿਦਿਤਿਓ ਜਗ ਭਾਰੀ। ਕਿਉਂਕਿ ਇਹ ਗੱਲ ਤੇ ਸਪਸ਼ਟ ਹੈ, ਭਗਤ ਜੀ ਨੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਪਾਵਨ ਬਚਨ ਕਹੇ ਨੇ ਕਿ ਇਹ ਜਿਹੜੇ ਸਰੀਰ ਮਿਲਦੇ ਨੇ ਇਹ ਐਵੇਂ ਨਹੀਂ ਮਿਲਦੇ। ਅੰਤ ਸਮੇਂ ਜੋ ਲక్ష్ਮੀ ਸਿਮਰੈ ਐਸੇ ਚਿੰਤਾ ਮੇ ਜੇ ਮਰੈ। ਸਰਪ ਜੋਨ ਵਲ ਵਲ ਉਤਰੈ। ਇਹ ਗੱਲ ਪੱਕੀ ਹੈ ਕਿ ਅੰਤ ਸਮੇਂ ਵੀ ਇਹ ਮਾਇਆ ਦੇ ਵਿੱਚ ਇਹਦਾ ਧਿਆਨ ਹੋਵੇਗਾ ਤੇ ਸੱਪ ਬਣਿਆ ਨਾ। ਹੁਣ ਸਤਿਗੁਰੂ ਜੀ ਸੁਣਾਉਂਦੇ ਨੇ, ਭਾਈ ਪਿਛਲੇ ਜਨਮ ਦੇ ਵਿੱਚ ਇੱਕ ਮਹੰਤ ਸੀ, ਸੰਸਾਰ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਬੜਾ ਮਸ਼ਹੂਰ ਸੀ, ਪ੍ਰਗਟ ਹੋਇਆ ਸੀ। ਚਹੁੰ ਦਿਸ ਕੇ ਨਰ ਮੰਨਤਾ ਕਰ ਸੀਸ ਨਿਵਾਵੈ। ਨੇੜੇ ਤੇੜੇ ਚਾਰੇ ਪਾਸੇ ਤੇ ਲੋਕ ਇਹਦੀ ਬੜੀ ਮੰਨਤਾ ਕਰਦੇ ਸਨ।
ਇਹਨੂੰ ਮਹੰਤ ਜੀ ਗੁਰੂ ਜੀ ਕਰਕੇ ਨਾਲੇ ਇਹਦੇ ਅੱਗੇ ਮੱਥਾ ਟੇਕਦੇ ਸਨ। ਅਨਕ ਪਦਾਰਥ ਆਨ ਕਰ ਇਸ ਕੋ ਅਰਪਾਵੈ, ਤੇ ਕਈ ਤਰ੍ਹਾਂ ਦੇ ਪਦਾਰਥ ਲਿਆ ਕੇ ਦਿੰਦੇ ਸਨ, ਰੁਪਈਆ ਪੈਸਾ ਧਨ ਦਿੰਦੇ ਸਨ। ਔਰ ਜਿਵੇਂ ਜਿਵੇਂ ਇਹਦੇ ਕੋਲ ਪੈਸਾ ਆਉਂਦਾ ਹੈ, ਜਿਵੇਂ ਜਿਵੇਂ ਇਹਦੇ ਕੋਲ ਚੇਲੇ ਹੋਰ ਬਣਦੇ ਸਨ, ਉਵੇਂ ਉਵੇਂ ਇਹ ਹੰਕਾਰੀ ਹੁੰਦਾ ਸੀ। ਕਿਉਂਕਿ ਜੇ ਇੰਨੀ ਮੰਨਤਾ ਹੋਈ, ਕੋਈ ਨਾ ਕੋਈ ਇਹਦੇ ਪੱਲੇ ਤੇ ਹੋਵੇਗਾ ਨਾ। ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ, ਹੁੰਦਾ ਹੈ ਮੰਨਤਾ ਵੀ ਐਵੇਂ ਨਹੀਂ ਹੁੰਦੀ। ਪਰ ਫਿਰ ਕਹਿੰਦੇ ਚਾਲੇ ਥੇ ਹਰ ਮਿਲਣ ਕੋ ਪੀਛੇ ਅਟਕਿਓ ਚੀਤ। ਬਾਬਾ ਕਬੀਰ ਜੀ ਕਹਿੰਦੇ ਚੱਲੇ ਤੇ ਘਰੋਂ ਰੱਬ ਨੂੰ ਮਿਲਣ ਵਾਸਤੇ ਸਨ, ਚਾਲੇ ਥੇ ਹਰ ਮਿਲਣ ਕੋ। ਤੇ ਇਹਦਾ ਦੂਸਰਾ ਅਰਥ ਵੀ ਕੁਝ ਵਿਦਵਾਨ ਕਰਦੇ ਨੇ। ਚਾਲੇ ਆਮ ਤੌਰ 'ਤੇ ਕਿਹਾ ਜਾਂਦਾ ਨਾ, ਤੇਰੇ ਚਾਲੇ ਠੀਕ ਨਹੀਂ। ਬਾਬਾ ਕਬੀਰ ਜੀ ਕਹਿੰਦੇ ਚਾਲੇ ਤੇ ਠੀਕ ਹੀ ਸਨ, ਰੱਬ ਨੂੰ ਮਿਲਣ ਵਾਸਤੇ ਚੱਲਿਆ ਸੀ। ਚਾਲੇ ਥੇ ਹਰ ਮਿਲਣ ਕੋ ਪਿੱਛੇ ਅਟਕਿਓ ਚੇਤ। ਪਰ ਬਾਅਦ ਵਿੱਚ ਚਿੱਤ ਜਿਹੜਾ ਵਿੱਚ ਹੀ ਅਟਕ ਗਿਆ। ਤੇ ਕਿਉਂ ਅਟਕਿਆ? ਰੁਪਈਆ ਪੈਸਾ ਆਉਣ ਲੱਗ ਗਿਆ, ਚੇਲੇ ਬਣ ਗਏ, ਮੱਥਾ ਟੇਕਣ ਲੱਗ ਗਏ। ਫਿਰ ਬਾਬਾ ਕਬੀਰ ਜੀ ਉੱਥੇ ਕਹਿੰਦੇ ਨੇ, ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੇਤ। ਚੇਤ ਵਿੱਚ ਅਟਕ ਗਿਆ ਨਾ, ਬਸ ਚੇਤੇ ਇੱਥੇ ਅਟਕ ਗਿਆ ਕਿ ਹੁਣ ਸਿੱਖ ਬਣਾਉਣੇ ਨੇ, ਚੇਲੇ ਬਣਾਉਣੇ ਨੇ, ਅੱਗੇ ਡੇਰੇ ਬਣਾਉਣੇ ਨੇ, ਡੇਰਿਆਂ ਦੀ ਸ਼ਾਖਾਵਾਂ ਬਣਾਉਣੀਆਂ ਨੇ। ਫਿਰ ਆਪਣੇ ਸ਼ਬਦ ਦੇ ਨਾਲ, ਨਾਂ ਦੇ ਨਾਲ, ਕਿਤੇ ਮਹੰਤ ਦੇ ਨਾਂ, ਅੱਗੇ ਸੰਤ, ਫਿਰ ਅੱਗੇ 108, ਫਿਰ ਕਿਤੇ ਹੋਰ ਗਿਣਤੀ, ਇਹ ਸਾਰੇ ਲਾਉਣੇ ਨੇ। ਹੁਣ ਬਾਬਾ ਕਬੀਰ ਜੀ ਉੱਥੇ ਕਹਿੰਦੇ ਨੇ ਇਹ ਚੱਲਿਆ ਤੇ ਰੱਬ ਨੂੰ ਮਿਲਣ ਵਾਸਤੇ ਸੀ। ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦਗੀ ਇਹ ਕਰਦਾ ਸੀ, ਪਰ ਜਦੋਂ ਪਦਾਰਥ ਆਉਣ ਲੱਗੇ ਚਿੱਤ ਮਾਇਆ ਦੇ ਵਿੱਚ ਅਟਕ ਗਿਆ। ਜਿੱਤੇ ਕਰਮ ਤਨ ਮਹਿ ਪਰੇ ਸਗਰੇ ਤਬ ਚੇਲੇ। ਹੋਰ ਅਗਲੀ ਗੱਲ ਕਹੀ, ਕਹਿੰਦੇ ਜਿੰਨੇ ਕਿਰਮ ਇਹਦੇ ਸਰੀਰ 'ਚ ਪਏ ਨੇ ਇਹ ਸਾਰੇ ਇਹਦੇ ਚੇਲੇ ਹੀ ਹੁੰਦੇ ਸਨ। ਤੇ ਭਾਈ ਜੇ ਇਵੇਂ ਦੇ ਗੁਰੂ ਦੇ ਦੇਹਧਾਰੀ ਦੇ ਚੇਲੇ ਬਣ ਕੇ ਇਹ ਹਾਲਤ ਹੁੰਦੀ ਤੇ ਜ਼ਰੂਰ ਸਮਝ ਲੈਣੀ ਚਾਹੀਦੀ। ਦੂਜੇ ਸਮਝਣ ਨਾ ਸਮਝਣ, ਪਰ ਘੱਟੋ ਘੱਟ ਜਿਹੜੇ ਆਪਣੇ ਆਪ ਨੂੰ ਸਿੱਖ ਖਵਾਉਂਦੇ ਨੇ ਉਹ ਤੇ ਸਮਝਣ ਨਾ ਭਾਈ। ਦੇਹਧਾਰੀਆਂ ਨੂੰ, ਕੱਚੇ ਪਿੱਲਿਆਂ ਨੂੰ ਗੁਰੂ ਬਣਾ ਕੇ ਇਵੇਂ ਦੀ ਹਾਲਤ ਉਹਨਾਂ ਦੀ ਆਪਣੀ ਤੇ ਹੁੰਦੀ, ਤੇ ਜਿਨ੍ਹਾਂ ਨੇ ਗੁਰੂ ਬਣਾਇਆ ਉਹਨਾਂ ਦੀ ਵੀ ਇਸੇ ਤਰ੍ਹਾਂ ਦੀ ਹੈ। ਔਰ ਸਤਿਗੁਰੂ ਜੀ ਨੇ ਤੇ ਪਾਵਨ ਬਚਨ ਬਾਣੀ 'ਚ ਕਹੇ ਨੇ ਕਿ ਗੁਰੂ ਜਿਨ੍ਹਾਂ ਕੇ ਅੰਧਲੇ ਸਿੱਖ ਵੀ ਅੰਧੇ ਕਰਮ ਕਰੇਣ। ਇਹ ਅੰਧੇ ਕਰਮ ਨੇ ਨਾ ਜੀ, ਜਿਹਦੇ ਵਿੱਚ ਕੋਈ ਪਤਾ ਨਾ ਹੋਵੇ ਕਿ ਦੂਜੇ ਕਰਦੇ ਨੇ, ਅਸੀਂ ਵੀ ਕਰੀ ਆਉਂਦੇ ਹਾਂ। ਇਵੇਂ ਦੇ ਅੰਨੇ ਗੁਰੂਆਂ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਕੁੱਲਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ। ਕੁੱਲਾਂ ਦਾ ਅਰਥ ਵੈਸੇ ਸੇਲੀ ਟੋਪੀ ਹੈ ਕਿ ਇੱਕ ਮਹੰਤ ਬਣਿਆ, ਮਰਨ ਤੋਂ ਪਹਿਲੋਂ ਸੇਲੀ ਟੋਪੀ ਦੂਜੇ ਨੂੰ ਦੇ ਦਿੱਤੀ, ਹੁਣ ਮੇਰੀ ਗੱਦੀ ਤੂੰ ਸੰਭਾਲੀ। ਕੁੱਲਾਂ ਦਾ ਅਰਥ ਟੋਪੀ, ਸੇਲੀ ਟੋਪੀ। ਪਰ ਕੁੱਲਾਂ ਦਾ ਅਰਥ ਜੀ ਹਜ਼ੂਰੀ ਵੀ ਹੁੰਦਾ ਹੈ ਕਿ ਸਾਡੇ ਬਾਬਾ ਜੀ, ਸਾਡੇ ਮਹੰਤ ਜੀ, ਸਾਡੇ ਸੰਤ ਜੀ ਬੜੇ ਮਹਾਨ ਜੀ, ਪਿੱਛੇ ਪਿੱਛੇ ਉਹਨਾਂ ਦੇ ਜੈਕਾਰੇ ਲਾਉਣ ਵਾਲੇ, ਮਹਾਨ ਕਹਿਣ ਵਾਲੇ, ਉਹ ਵੀ ਸੇਲੀ ਟੋਪੀ ਦਾ ਹੀ ਦਰਜਾ ਖਵਾਉਂਦਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਲੈਣ ਵਾਲੇ ਤੇ ਦੇਣ ਵਾਲੇ ਤੇ ਦਿੰਦੇ ਹੀ ਨੇ। ਤੇ ਲੈਣ ਵਾਲੇ ਉਦੋਂ ਵੀ ਵੱਡੇ ਬੇਸ਼ਰਮ ਨੇ ਜਿਨ੍ਹਾਂ ਨੂੰ ਪਤਾ ਤੇ ਲੱਗ ਗਿਆ ਇਹਦੇ ਵਿੱਚ ਹੈ ਕੁਝ ਨਹੀਂ, ਨਾਲ ਕੁਝ ਨਹੀਂ ਜਾਣਾ, ਪਰ ਲੈਂਦੇ ਫਿਰ ਵੀ ਨੇ। ਕਹਿੰਦੇ ਹਾਲਤ ਉਵੇਂ ਦੀ ਹੁੰਦੀ ਉਹਨਾਂ ਦੀ ਕਿ ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਕਿ ਜਿਵੇਂ ਚੂਹਿਆਂ ਦੀ ਮੀਟਿੰਗ ਹੋਈ, 8-10 ਚੂਹੇ ਇਕੱਠੇ ਹੋਏ, ਇੱਕ ਪ੍ਰਧਾਨ ਚੁਣ ਲਿਆ। ਦੇਖੋ ਖਿਮਾ ਕਰਨਾ, ਪ੍ਰਧਾਨ ਤੇ ਹਰ ਇੱਕ ਚੀਜ਼ ਦਾ ਹੁੰਦਾ ਹੀ ਹੈ ਨਾ ਜੀ। ਕੋਈ ਘਰ ਦਾ ਪ੍ਰਧਾਨ ਹੈ, ਕੋਈ ਗਲੀ ਦਾ ਪ੍ਰਧਾਨ, ਕੋਈ ਮਹੱਲੇ ਦਾ ਪ੍ਰਧਾਨ, ਕੋਈ ਪਿੰਡ ਦਾ ਪ੍ਰਧਾਨ, ਕੋਈ ਕਿਸੇ ਸੰਸਥਾ ਦਾ, ਕਿਸੇ ਧਾਰਮਿਕ ਸੰਸਥਾ ਦਾ ਪ੍ਰਧਾਨ। ਚੂਹਿਆਂ ਨੇ ਵੀ ਪ੍ਰਧਾਨ ਚੁਣ ਲਿਆ ਜੀ ਕਿ ਬਿੱਲੀ ਤੋਂ ਸਾਨੂੰ ਤੂੰ ਬਚਾਉਣਾ ਹੈ। ਹੁਣ ਚੂਹਾ ਜਿਹਨੂੰ ਪ੍ਰਧਾਨ ਚੁਣਿਆ ਉਹਦੇ ਲੱਕ ਨਾਲ ਬੰਨ੍ਹ ਦਿੱਤਾ ਛੱਜ। ਉਹ ਹਾਲਤ ਵਾਲੀ ਪਾਏਗੀ, ਉਹਨੂੰ ਪ੍ਰਧਾਨ ਤੇ ਚੁਣ ਲਿਆ, ਦੱਸੋ ਤੁਸੀਂ ਮੇਰੇ 'ਚ ਯੋਗਤਾ ਕੀ ਹੈ? ਬਸ ਕਹਿੰਦੇ ਤੂੰ ਪ੍ਰਧਾਨ ਹੈ, ਸਾਨੂੰ ਬਚਾਈ। ਹੁਣ ਬਿੱਲੀ ਆਈ, ਦੂਜੇ ਤੇ ਚੂਹੇ ਵੜ ਗਏ, ਖੁੱਡ 'ਚ ਭੱਜ ਗਏ, ਜਿਹਦੇ ਨਾਲ ਬੰਨਿਆ ਸੀ ਛੱਜ। ਆਪ ਵੀ ਮੋਟਾ ਸੀ, ਕਹਿੰਦੇ ਛੱਜ ਨੇ ਅੰਦਰ ਹੀ ਨਹੀਂ ਜਾਣ ਦਿੱਤਾ।
ਔਰ ਕਿਤੇ ਨਾ ਕਿਤੇ ਹਾਲਤ ਸਾਡੀ ਉਸੇ ਚੂਹੇ ਦੀ ਤਰ੍ਹਾਂ ਹੈ ਕਿ ਜਿਹੜੇ ਦੇਹਧਾਰੀ ਨੇ ਕਹਿੰਦੇ ਨੇ ਮੈਂ ਤੁਹਾਨੂੰ ਤਾਰ ਲੈਣਾ, ਮੇਰੇ ਪਿੱਛੇ ਲੱਗੋ। ਸਤਿਗੁਰੂ ਜੀ ਉੱਥੇ ਕਹਿੰਦੇ ਨੇ ਚੂਹੇ ਦੀ ਤਰ੍ਹਾਂ ਆਪ ਤੇ ਖੁੱਡ 'ਚ ਵੜਨਾ ਨਹੀਂ ਹੁੰਦਾ, ਮੁਕਤੀ ਦਾ ਰਾਹ ਜਾਣਿਆ ਨਹੀਂ, ਸਮਝ ਨਹੀਂ ਲੱਗੀ। ਮੁਕਤ ਪੰਥ ਜਾਣਿਓ ਤੈ ਨਾਹਿਨ, ਧਨ ਜੋਰਨ ਕੋ ਧਾਇਆ। ਤੇ ਦੂਜਿਆਂ ਨੂੰ ਕਹਿੰਦਾ ਤੁਹਾਨੂੰ ਮੈਂ ਮੁਕਤ ਕਰ ਦਿਆਂਗਾ। ਇੱਥੇ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਇਹ ਜਿਹੜੇ ਕੀੜੇ ਪਏ ਹੋਏ ਨੇ ਇਹਦੇ ਪਿਛਲੇ ਜਨਮ ਦੇ ਚੇਲੇ ਨੇ। ਇਹ ਮਹੰਤ ਸੀ, ਇਹ ਕੀੜੇ ਸਾਰਿਆਂ ਦੇ ਬਣੇ ਹੋਏ ਚੇਲੇ ਸਨ। ਹੋਏ ਵਡਾਏ ਜਗਤ ਵੱਡ ਇਸ ਹਿਤ ਕਰ ਮੇਲੇ। ਇਹ ਚੇਲੇ ਬਣਾਏ ਨੇ ਸਿਰਫ ਇਸ ਕਰਕੇ ਸਨ ਜਗਤ ਮੇਰੇ ਵਿੱਚ ਮੇਰੀ ਵਡਿਆਈ ਹੋਏ। ਤੇ ਚੇਲੇ ਬਣੇ ਹੋਏ ਫਿਰ ਵਡਿਆਈ ਕਰਦੇ ਹੀ ਨੇ ਨਾ ਜੀ, ਕਿ ਸਾਡੇ ਵਾਲੇ ਸੰਤ ਜੀ ਦੇ ਕਮਾਲ ਹੀ ਕਰੀ ਆਉਂਦੇ ਨੇ। ਤੁਸੀਂ ਦੂਜੇ ਪਾਸੇ ਕੋਈ ਜਾਂਦੇ, ਇੱਧਰ ਆਓ। ਅਹੰਕਾਰ ਉਰ ਮਹਿ ਬੜੋ ਮਮ ਸਮ ਨਹਿ ਦੂਜਾ। ਜਿਵੇਂ ਜਿਵੇਂ ਦੇ ਚੇਲੇ ਵੱਧਦੇ ਗਏ ਉਵੇਂ ਹੰਕਾਰੀ ਹੁੰਦਾ ਗਿਆ ਕਿ ਮੇਰੇ ਵਰਗਾ ਦੂਜਾ ਹੋਰ ਕਿਹੜਾ ਹੈ, ਮੇਰੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਕਰੇ ਦੇਸ ਸਭ ਬੰਦਨਾ ਚੰਨਣ ਕੀ ਪੂਜਾ। ਸਤਿਗੁਰੂ ਕਹਿੰਦੇ ਦੇਸ਼ ਦੇ ਸਾਰੇ ਲੋਕ ਇਹਦੀ ਪੂਜਾ ਕਰਦੇ ਸਨ, ਇਹਦੇ ਚਰਨਾਂ ਦੀ ਪੂਜਾ ਕਰਦੇ ਸਨ, ਮੱਥਾ ਟੇਕਦੇ ਸਨ। ਸਿਮਰਿਓ ਨਹਿ ਕਰਤਾ ਪੁਰਖ ਸ਼ੁਭ ਕਰਮ ਨਾ ਕੀਨਾ। ਤੇ ਬਾਬਾ ਕਬੀਰ ਜੀ ਦੇ ਬਚਨਾਂ ਮੁਤਾਬਕ ਹੀ ਕਹਿੰਦੇ ਇਹਨੇ ਕਰਤਾ ਪੁਰਖ ਦੀ ਤਾਂ ਸਿਮਰਨ ਕੀਤਾ ਨਹੀਂ, ਕਿਉਂਕਿ ਵਿੱਚ ਚਿੱਤ ਇੱਥੇ ਅਟਕ ਗਿਆ ਨਾ। ਹੁਣ ਚੇਲੇ ਕਿੰਨੇ ਅੱਜ ਨਵੇਂ ਬਣੇ, ਅੱਜ ਧਨ ਹੋਰ ਕਿੰਨਾ ਆਇਆ, ਡੇਰੇ ਹੋਰ ਕਿੰਨੇ ਬਣ ਗਏ। ਕਹਿੰਦੇ ਸਿਮਰੋ ਨਹਿ ਕਰਤਾ ਪੁਰਖ ਸ਼ੁਭ ਕਰਮ ਨਾ ਕੀਨਾ। ਸ਼ੁਭ ਕਰਮ ਕੋ ਕੀਤਾ ਹੀ ਨਹੀਂ। ਔਰ ਸਾਨੂੰ ਭੁਲੇਖਾ ਪਾ ਦਿੱਤਾ, ਵੱਡੇ ਵੱਡੇ ਲੰਗਰ ਲਾਏ, ਕਹਿੰਦੇ ਸੰਤਾਂ ਦਾ ਲੰਗਰ ਹੈ। ਵੀ ਸੰਤਾਂ ਨੇ ਕਿਹੜਾ ਘਰੋਂ ਲਾਇਆ, ਪੈਸੇ ਤੇ ਤੁਸੀਂ ਦਿੱਤੇ। ਪਰ ਭੁਲੇਖਾ ਪਾ ਦਿੱਤਾ, ਕਹਿੰਦੇ ਸ਼ੁਭ ਕਰਮ ਕੋਈ ਨਹੀਂ ਭਈ, ਤੇ ਚੋਗਾ ਹੈ ਤੁਹਾਡਾ ਹੀ, ਪੈਸੇ ਤੁਹਾਨੂੰ ਹੀ ਚੋਗਾ ਪਾ ਕੇ ਤੁਹਾਡੇ ਤੋਂ ਠੱਗ ਰਿਹਾ ਹੈ। ਲੱਖ ਰੁਪਏ ਦਾ ਲੰਗਰ ਲਾਇਆ, 10 ਲੱਖ ਨਾਲ ਇਕੱਠਾ ਕਰ ਲਿਆ। ਉਰਖਿਮਾ ਕਰਨਾ ਸਾਰੇ ਨਹੀਂ, ਪਰ ਬਹੁਤ ਗਿਣਤੀ ਵਿੱਚ ਇਸ ਤਰ੍ਹਾਂ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਸ਼ੁਭ ਕਰਮ ਨਹੀਂ ਕੀਤਾ, ਸਿਰਫ ਲੋਕਾਂ ਨੂੰ ਜਿਵੇਂ ਠੱਗ ਸਕਦਾ ਸੀ, ਜਿਵੇਂ ਭੁਲੇਖੇ 'ਚ ਪਾ ਸਕਦਾ ਸੀ, ਇਹਨੇ ਪਾਇਆ। ਹੰਕਾਰ ਤੇ ਮਰ ਗਇਓ ਜੂਨੀ ਇਹ ਭਾਈ। ਇਸੇ ਹੰਕਾਰ ਦੇ ਵਿੱਚ ਤੇ ਇਸੇ ਚਿੰਤਨ ਦੇ ਵਿੱਚ ਮਰ ਗਿਆ ਕਿ ਹੁਣ ਅੱਜ ਧਨ ਕਿੰਨਾ ਆਏਗਾ, ਅੱਜ ਕਿੰਨਾ ਆਇਆ। ਤੇ ਭਗਤ ਜੀ ਦੇ ਬਚਨਾਂ ਮੁਤਾਬਕ ਕਹਿੰਦੇ ਜਦੋਂ ਧਿਆਨ ਹੀ ਮਾਇਆ ਦੇ ਵਿੱਚ ਸੀ, ਲక్ష్ਮੀ ਵਿੱਚ ਸੀ, ਫਿਰ ਜੂਨ ਤੇ ਪੈਣੀ ਸੀ ਸੱਪ ਦੀ, ਅਜਗਰ ਬਣਿਆ। ਲੋਕ ਪਰਲੋਕ ਸੁਖ ਤੇ ਰੱਖੇ ਸੋ ਕ੍ਰਿਮ ਸਮੁਦਾਇ। ਇਹ ਜਿਹੜੇ ਇਹਦੇ ਕੀੜੇ ਨੇ, ਜਿਹੜੇ ਇਹਦੇ ਚੇਲੇ ਸਨ, ਇਹਨਾਂ ਨੂੰ ਕਹਿੰਦਾ ਸੀ ਤੁਹਾਨੂੰ ਲੋਕ ਦੇ ਵੀ ਸੁੱਖ ਮਿਲਣਗੇ, ਪਰਲੋਕ ਦੇ ਵੀ। ਕਿਉਂ? ਕਿ ਤੁਸੀਂ ਜੋ ਕੁਛ ਕਮਾਇਆ ਨਾ ਉਹ ਲਿਆ ਕੇ ਦਸਵੰਧ ਦੇ ਨਾਂ ਦਾ ਮੈਨੂੰ ਦੇ ਦਿਓ। ਮੈਂ ਥੋੜ੍ਹੀ ਦਸਵੰਧ ਕੱਢਣਾ, ਤੁਸੀਂ ਕੱਢਣਾ, ਤੁਸੀਂ ਕੱਢ ਕੇ ਲਿਆ ਕੇ ਮੈਨੂੰ ਦਿਓ। ਤੁਹਾਨੂੰ ਲੋਕ ਦੇ ਸੁੱਖ ਵੀ ਦਿਆਂਗਾ, ਪਰਲੋਕ ਦੇ ਵੀ ਦਿਆਂਗਾ। ਪਰ ਕਹਿੰਦੇ ਸੁੱਖ ਲੋਕ ਦੇ ਤੇ ਕੀ ਦੇਣੇ ਸਨ, ਪਰਲੋਕ ਦੇ ਕਿੱਥੋਂ ਦੇ ਲੈਣੇ ਸਨ। ਜੋ ਕੁਛ ਕਮਾਇਆ ਸੀ ਲੋਕ ਵਿੱਚ ਉਹ ਵੀ ਆਪ ਲੈ ਗਿਆ, ਮਰ ਲੱਗਿਆ ਵੀ ਕੁਝ ਨਹੀਂ ਸਵਾਰਿਆ। ਲੋਕ ਪਰਲੋਕ ਸੁੱਖ ਤੇ ਰੱਖੇ, ਕੋਈ ਸੁੱਖ ਨਹੀਂ ਦਿੱਤਾ ਚੇਲਿਆਂ ਨੂੰ। ਸੋ ਕਿਰਮ ਸਮੁਦਾਇ, ਇਹ ਸਾਰੇ ਉਹ ਕੀੜੇ ਨੇ। ਇਹ ਹੁਣ ਦੇ ਪਿੱਛੇ ਪਏ ਨੇ, ਦੱਸ ਸਾਨੂੰ ਮੁਕਤ ਕਿਉਂ ਨਹੀਂ ਕੀਤਾ। ਕਾਟ ਕਾਟ ਗਣ ਖਾਤ ਹੈ ਨਾ ਇਹਨੇ ਉਧਾਰਾ। ਕੱਟ ਕੱਟ ਕੇ ਖਾਂਦੇ ਨੇ, ਹੁਣ ਦੱਸ ਤੂੰ ਮੁਕਤ ਦੀ ਵਾਰੀ ਗਿਆ ਕਿੱਥੇ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਾਣੀ ਦੇ ਵਿੱਚ ਪਾਵਨ ਬਚਨ ਵੀ ਕਹੇ। ਕਈਆਂ ਨੇ ਦੇਵੀ ਨੂੰ ਕਹਿ ਦਿੱਤਾ, ਕਈਆਂ ਨੇ ਦੇਵਤਿਆਂ ਨੂੰ ਕਹਿ ਦਿੱਤਾ। ਪਰ ਕਹਿਣ ਲੱਗੇ ਜਦੋਂ ਮੁਕਤੀ ਦੀ ਗੱਲ ਆਵੇ, ਮੁਕਤ ਕੇ ਬਾਹਰ ਕਹਾਂ ਛੁਪਾਨੀ, ਉਦੋਂ ਪਤਾ ਨਹੀਂ ਦੇਵੀ ਕਿੱਥੇ ਥਿਪ ਜਾਂਦੀ ਹੈ। ਇਹ ਤੋੜ ਤੋੜ ਕੇ ਖਾਂਦੇ ਨੇ ਕਿ ਸਾਡਾ ਉਧਾਰ ਕਿਉਂ ਨਹੀਂ ਕੀਤਾ, ਤੂੰ ਤੇ ਆਪ ਹੀ ਸੱਪ ਬਣ ਗਿਆ, ਮੁਕਤ ਨਹੀਂ ਹੋਇਆ, ਸਾਨੂੰ ਕਿਵੇਂ ਕਰੇਗਾ। ਪਲਟਾ ਪੂਰਬ ਜਨਮ ਕੋ ਲੇਤੇ ਇਸ ਬਾਰਾ। ਸਤਿਗੁਰੂ ਕਹਿੰਦੇ ਨੇ ਭਾਈ ਇਹ ਕੀੜੇ ਹੋਰ ਕੋਈ ਨਹੀਂ, ਪਿਛਲੇ ਜਨਮ ਦਾ ਆਪਣਾ ਬਦਲਾ ਹੀ ਲੈ ਰਹੇ ਨੇ, ਤੋੜ ਤੋੜ ਕੇ ਖਾਂਦੇ ਨੇ। ਆਪ ਨਾ ਉਤਰਿਓ ਜਗਤ ਤੇ ਨਹਿ ਸਿੱਖ ਉਭਾਰੇ। ਇਹ ਤੇ ਆਪ ਹੀ ਡੁੱਬ ਗਿਆ, ਆਪ ਇਹਦਾ ਉਧਾਰ ਨਹੀਂ ਹੋਇਆ, ਇਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੁਕਤੀ ਮਿਲਣੀ ਕਿੱਥੋਂ ਹੈ, ਮੁਕਤ ਹੋਣਾ ਕਿੱਥੋਂ ਹੈ। ਕਿਉਂਕਿ ਮੁਕਤੀ ਦਾ ਵੀ ਭੁਲੇਖਾ ਪੈਂਦਾ ਨਾ, ਮਰਨ ਤੋਂ ਬਾਅਦ ਹੀ ਕੋਈ ਮਿਲਦੀ ਹੈ। ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਮੁਕਤ ਪੰਥ ਜਾਣਿਓ ਤੈ ਨਾਹਿਨ
ਮੁਕਤੀ ਦਾ ਰਾਹ ਹੀ ਨਹੀਂ ਪਤਾ ਲੱਗਿਆ ਕਿ ਮੁਕਤ ਹੋਣਾ ਕਿਹਦੇ ਤੋਂ ਹੈ। ਇਸੇ ਤੋਂ ਮੁਕਤ ਹੋਣਾ ਸੀ, ਪਰ ਨਾ ਆਪ ਮੁਕਤ ਹੋਇਆ ਤੇ ਆਪਣੇ ਚੇਲਿਆਂ ਨੂੰ ਫਿਰ ਕਿੱਥੋਂ ਕਰਨਾ ਸੀ। ਨਾ ਸਿੱਖ ਉਭਾਰੇ ਨਿਜ ਮਨਤਾ ਕੇ ਹੇਤਕਾਰ ਸਭ ਕਾਜ ਵਿਸਾਰੇ। ਇਹਨੇ ਸਿਰਫ ਆਪਣੀ ਮਨਤਾ ਅੱਗੇ ਰੱਖੀ ਕਿ ਮੇਰੀ ਮਨਤਾ ਕਿਵੇਂ ਹੋਵੇ, ਲੋਕ ਮੈਨੂੰ ਚੰਗਾ ਕਿਵੇਂ ਕਹਿਣ। ਇਹਨੇ ਚੰਗੇ ਕੰਮ ਸਾਰੇ ਛੱਡ ਦਿੱਤੇ ਸਨ, ਬਸ ਇਸੇ ਕੰਮ ਪਿੱਛੇ ਸੀ ਮੇਰੀ ਮਨਤਾ ਹੋਰ ਕਿਵੇਂ ਵਧੇ। ਇਨ ਸਮ ਕੇ ਗਤ ਦੇਖ ਕਰ ਜੇ ਨਹਿ ਸਿਮਰਨ ਤੇ ਫਿਰ ਸਤਿਗੁਰੂ ਜੀ ਨਾਲ ਹੀ ਸਾਨੂੰ ਉਪਦੇਸ਼ ਦਿੰਦੇ ਨੇ, ਭਾਈ ਸਿੱਖੋ ਇਹਨਾਂ ਵਰਗਿਆਂ ਦੀ ਹਾਲਤ ਵੇਖ ਕੇ, ਇਹਨਾਂ ਵਰਗਿਆਂ ਦੀ ਕਹਾਣੀਆਂ ਪੜ੍ਹ ਕੇ ਸੁਣ ਕੇ ਜੇ ਰੱਬ ਨੂੰ ਬੰਦੇ ਫਿਰ ਵੀ ਨਹੀਂ ਸਿਮਰਦੇ ਤੇ ਫਿਰ ਚੇਤੇ ਰੱਖਿਓ, ਸ੍ਰੀ ਨਾਨਕ ਜੀ ਸ਼ਬਦ ਇੱਕ ਉਚਰਿਓ ਹਿਤਵੰਤੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਹਿੱਤ ਵਾਸਤੇ, ਸਾਡੇ ਭਲੇ ਵਾਸਤੇ ਇੱਕ ਸ਼ਬਦ ਉਚਾਰਨ ਕੀਤਾ ਹੈ। ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅੰਗ ਨੰਬਰ 1286 ਕਵੀ ਸੰਤੋਖ ਸਿੰਘ ਜੀ ਨੇ ਉਹ 4 ਪੰਕਤੀਆਂ ਇੱਥੇ ਲਿਖੀਆਂ ਨੇ। ਸ਼ਲੋਕ ਹੈ, ਸ਼ਲੋਕ ਮਹੱਲਾ ਪਹਿਲਾ। ਕੁੱਲਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵੇ ਤਿੱਕਲ ਬੰਨੈ ਛੱਜ। ਇਸ ਪੰਕਤੀ ਦੇ ਅਰਥ ਆਪਾਂ ਪਹਿਲੋਂ ਕੀਤੇ ਨੇ, ਅੱਗੇ ਨਾਲ ਕਹਿ ਦਿੱਤਾ, ਦੇਣ ਦੁਆਏ ਜੇ ਮਰਹੇ ਜਿਨ ਕੋ ਦੇਣ ਨਾ ਜਾਹੇ ਜਾਹੇ। ਕਹਿੰਦੇ ਜਿਹੜੇ ਦੁਹਾਈ ਦਿੰਦੇ ਦਿੰਦੇ ਮਰ ਗਏ ਕਿ ਆਓ ਤੁਹਾਨੂੰ ਮੁਕਤ ਕਰਾਂਗੇ, ਉਹ ਤੇ ਆਪ ਹੀ ਮੁਕਤ ਨਹੀਂ ਹੋਏ। ਨਾਨਕ ਹੁਕਮ ਨਾ ਜਾਪੇ ਕਿੱਥੇ ਜਾਏ ਸਮਾਹੇ। ਜਿਹੜੇ ਹੁਕਮ ਦੇ ਵਿੱਚ ਨਹੀਂ ਚੱਲਦੇ ਭਾਈ ਪਤਾ ਨਹੀਂ ਲੱਗਦਾ, ਆਪਣੇ ਆਪ ਨੂੰ ਜਿੱਡੇ ਮਰਜ਼ੀ ਵੱਡੇ ਕਹਾਉਂਦੇ ਹੋਣ, ਕਿੱਥੇ ਜਾ ਕੇ ਸਮਾ ਕੇ ਕੋਈ ਪਤਾ ਹੀ ਨਹੀਂ ਲੱਗਦਾ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਭਲੇ ਲਈ ਸ਼ਬਦ ਉਚਾਰਨ ਕੀਤਾ। ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਭਾਈ ਇਹ ਸਾਖੀਆਂ ਪੜ੍ਹ ਕੇ ਇਵੇਂ ਕੰਨ ਰਸ ਨਾ ਬਣਾਇਓ, ਇਹਦੇ 'ਤੇ ਅਮਲ ਕਰ ਲਿਓ। ਕਰ ਨਾ ਸਕੇ ਆਪਣੋ ਭਲੋ ਗੁਰ ਮਿਲ ਪਾਏ ਨਾ ਗਿਆਨ। ਕਿ ਜਿਹੜਾ ਆਪਣਾ ਹੀ ਭਲਾ ਨਹੀਂ ਕਰ ਸਕਦਾ, ਗੁਰੂ ਨੂੰ ਮਿਲ ਕੇ ਜਿਹਨੇ ਆਪ ਹੀ ਗਿਆਨ ਪ੍ਰਾਪਤ ਨਹੀਂ ਕੀਤਾ, ਵੀ ਉਹ ਕਿਸੇ ਨੂੰ ਹੋਰ ਗਿਆਨ ਕੀ ਦੇ ਦੇਗਾ। ਔਰ ਅੰਧੇ ਅਹੰਕਾਰ ਤੇ ਨਹਿ ਪ੍ਰਭ ਸਿਮਰਨ ਠਾਨ। ਇਵੇਂ ਦੇ ਬੰਦੇ ਹੰਕਾਰ ਵਿੱਚ ਅੰਨੇ ਹੁੰਦੇ ਨੇ, ਅੰਦਰੋਂ ਸਿਮਰਨ ਨਹੀਂ ਹੁੰਦਾ। ਬਾਹਰੋਂ ਵਿਖਾਲਾ ਬੜਾ ਹੁੰਦਾ ਕਿਉਂਕਿ ਠੱਗਣਾ ਹੁੰਦਾ ਹੈ। ਕਿਉਂਕਿ ਕਈ ਵਾਰੀ ਨਿਮਰਤਾ ਵੇਖ ਕੇ, ਝੁਕਦੇ ਹੋਏ ਬੰਦੇ ਨੂੰ ਵੇਖ ਕੇ ਆਪਾਂ ਕਹਿੰਦੇ ਬੜੀ ਨਿਮਰਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਿਮਰਤਾ ਬਾਹਰ ਦੀ ਵੇਖ ਕੇ ਭੁਲੇਖੇ 'ਚ ਨਾ ਪੈ ਜਿਓ। ਜੇ ਇਹਨੂੰ ਨਿਮਰਤਾ ਕਹੋਗੇ ਝੁਕਣੇ ਨੂੰ, ਤੇ ਫਿਰ ਝੁੱਕ ਕੇ ਤੇ ਆਪਾਂ ਕਈ ਥਾਵਾਂ 'ਤੇ ਮੱਥਾ ਟੇਕਣੇ ਆ ਜੀ, 10-12 ਥਾਵਾਂ 'ਤੇ ਤਾਂ ਰੋਜ਼ ਟੇਕਣੇ ਹੀ ਹੈ ਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਸ਼ਿਕਾਰੀ ਤੋਂ ਹੋਰ ਜ਼ਿਆਦਾ ਝੁਕਦਾ ਹੈ। ਜੇ ਝੁਕਣ ਨੂੰ ਨਿਮਰਤਾ ਕਹੀਏ ਫਿਰ ਸ਼ਿਕਾਰੀ ਜਿੰਨਾ ਨੀਵਾਂ ਕਿਹੜਾ ਹੁੰਦਾ ਹੈ, ਪਰ ਉਹਦਾ ਝੁਕਣਾ ਕੋਈ ਨਿਮਰਤਾ ਨਹੀਂ, ਉਹਨੇ ਸ਼ਿਕਾਰ ਕਰਨਾ ਹੁੰਦਾ ਹੈ। ਔਰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਕਹੇ ਬਾਣੀ ਦੇ ਵਿੱਚ ਆਪਾਂ ਪੜ੍ਹਨੇ ਹਾਂ ਕਿ ਜਿਹੜਾ ਸ਼ਿਕਾਰੀ ਹੈ ਉਹ ਦੂਣਾ ਨਿਉਂਦਾ ਹੈ, ਜੋ ਹੰਤਾ ਮਰਗਾਹੇ, ਪਰ ਉਹਨੇ ਹਿਰਨ ਨੂੰ ਮਾਰਨ ਵਾਸਤੇ ਝੁਕਣਾ ਹੈ। ਔਰ ਸਤਿਗੁਰੂ ਜੀ ਦੀ ਕਿਰਪਾ ਕੀਤੀ ਭਾਈ, ਉਹਨਾਂ ਦੇ ਅੰਦਰ ਨਿਮਰਤਾ ਨਹੀਂ, ਸਿਮਰਨ ਨਹੀਂ, ਸਗੋਂ ਹੰਕਾਰ ਹੁੰਦਾ ਹੈ। ਹਿਤ ਮਨਤਾ ਕਰ ਯਤਨ ਬਹੁ ਚੇਲੇ ਬ੍ਰਿੰਦ ਬਣਾਏ। ਇਹਨੇ ਤੇ ਮਨਤਾ ਕਰਕੇ ਆਪਣੀ ਮਨਤਾ ਵਧਾਉਣ ਵਾਸਤੇ ਚੇਲੇ ਜ਼ਿਆਦਾ ਵਧਾਏ। ਤਿੰਨ ਕੀ ਹੋਵਤ ਅਸ ਦਸਾ ਬਹੁ ਜੂਨੀ ਪਰਮਾਏ। ਤੇ ਭਾਈ ਜੇ ਕੋਈ ਚੇਲੇ ਬਣਾਉਣ ਵਾਸਤੇ ਲੱਗਿਆ ਹੋਇਆ ਉਹ ਜ਼ਰੂਰ ਸਮਝ ਲਏ ਉਹਦੀ ਵੀ ਹਾਲਤ ਇਵੇਂ ਦੀ ਹੋਏਗੀ। ਤੇ ਜੇ ਦੇਹਧਾਰੀਆਂ ਦੇ ਚੇਲੇ ਬਣ ਗਏ, ਹਾਲਤ ਭਾਈ ਤੁਹਾਡੀ ਵੀ ਉਵੇਂ ਦੀ ਹੋਣੀ ਹੈ। ਬਹੁਤ ਜੂਨੀ ਪਰਮਾਏ। ਤੇ ਫਿਰ ਪਤਾ ਨਹੀਂ ਕਿਹੜੀ ਕਿਹੜੀ ਜੂਨਾਂ ਵਿੱਚੋਂ ਭਟਕਣਾ ਪੈਣਾ ਹੈ। ਹੁਤੋ ਸੁਕਰਮ ਵਿਸ਼ੇਸ਼ ਇਸ ਆਏ ਪਰਿਓ ਸ਼ਰਨ ਆਏ। ਪਰ ਗੁਰੂ ਸਾਹਿਬ ਜੀ ਫਿਰ ਕਹਿੰਦੇ ਨੇ ਭਾਈ ਕਿਤੇ ਪਿਛਲੇ ਜਨਮਾਂ ਦੇ ਵਿਸ਼ੇਸ਼ ਚੰਗੇ ਕਰਮ ਕੀਤੇ ਸਨ ਚੇਲੇ ਬਣਾਉਣ ਤੋਂ ਪਹਿਲੋਂ, ਉਹ ਕਰਮ ਅੱਗੇ ਆ ਗਏ ਕਿ ਜਿਹੜਾ ਹੁਣ ਸ਼ਰਨ ਵਿੱਚ ਆ ਕੇ ਪੈ ਗਿਆ ਹੈ। ਔਰ ਸਤਿਗੁਰੂ ਜੀ ਨੇ ਤੇ ਪਾਵਨ ਬਚਨ ਕਹੇ ਨੇ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਇੱਥੇ ਤੇ ਵਿਕਾਰਾਂ ਦੇ ਵਿੱਚ ਡੁੱਬਿਆ ਹੋਇਆ ਵੀ ਕਿਤੇ ਵਿਕਾਰਾਂ ਵੱਲੋਂ ਤੋਬਾ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਜਾਏ ਨਾ, ਇਸ ਘਰ ਵੱਲੋਂ ਫਿਰ ਵੀ ਉਹਦੀ ਸਾਰ ਲਈ ਜਾਂਦੀ, ਉਹਨੂੰ ਸੰਭਾਲਿਆ ਜਾਂਦਾ ਹੈ। ਕਿਉਂਕਿ ਪਿਛਲੇ ਅਵਗੁਣ ਬਖਸ਼ ਪ੍ਰਭ ਆਗੇ ਮਾਰਗ ਪਾਵੇ। ਅੱਗੇ ਵਾਸਤੇ ਰਾਹ ਗੁਰੂ ਦੱਸਦੇ ਨੇ।
ਜਨਮ ਦੇ ਵਿੱਚ ਇਹਨੇ ਕਰਮ ਕੋਈ ਵਿਸ਼ੇਸ਼ ਤੌਰ 'ਤੇ ਚੰਗੇ ਕੀਤੇ ਸਨ, ਜਿਹੜਾ ਸ਼ਰਨ ਵਿੱਚ ਆ ਗਿਆ। ਅਬ ਸ਼ੁਭਗਤ ਪ੍ਰਾਪਤ ਭਏ, ਤਨ ਪਨੰਗ ਮੁਕਤਾਏ। ਹੁਣ ਇਹਦੀ ਸ਼ੁਭ ਗਤੀ ਹੋਈ, ਇਸ ਤਨ ਤੋਂ ਵੀ ਮੁਕਤੀ ਹੋ ਗਈ, ਇਹਦੀ ਜਨਮ ਮਰਨ ਤੋਂ ਵੀ ਮੁਕਤੀ ਹੋ ਗਈ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਹੈ। ਅਧਿਆਇ ਨੰਬਰ 58, 7ਵੀਂ ਰਾਸ ਦਾ 58 ਅਧਿਆਇ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਦੋਹਰਾ ਉਤਰਿਓ ਡੇਰਾ ਜਹ ਕਹਾ, ਸ੍ਰੀ ਸਤਿਗੁਰ ਚੋ ਔਰ। ਕਰਤ ਹਰੇਖਾ ਹੈ ਲੱਗੇ, ਬੜੇ ਤਿਲਕ ਬੰਦ ਡੋਰ। ਗੁਰੂ ਜੀ ਨੇ ਇੱਕ ਥਾਂ ਆਪਣੇ ਡੇਰਾ ਉੱਥੇ ਉਤਾਰਾ ਕੀਤਾ ਹੈ, ਖੁੱਲੀ ਥਾਂ ਵੇਖ ਕੇ। 4 ਸਫੇਰੇ ਸਾਫ ਸੋਹਣਾ ਥਾਂ ਹੈ, ਸੋਹਣਾ ਹਰਿਆ ਭਰਿਆ ਘਾਹ ਹੈ। ਜਿਹੜੇ ਘੋੜੇ ਨੇ ਉਹ ਬੰਨੇ ਹੋਏ ਨੇ, ਘੋੜਿਆਂ ਨੂੰ ਰੱਸੀਆਂ ਨਾਲ ਬੰਨਿਆ। ਔਰ ਘੋੜੇ ਕਿਉਂਕਿ ਬਹੁਤ ਜ਼ਿਆਦਾ ਨੇ, ਇਸ ਕਰਕੇ ਘੋੜਿਆਂ ਦੀ ਹਿਣਕਣ ਦੀ ਆਵਾਜ਼ ਵੀ ਵਾਰ-ਵਾਰ ਆਉਂਦੀ ਸੀ। ਕਰੇ ਫਰਸ਼ ਸ੍ਰੀ ਗੁਰ ਥਿਰੇ, ਬੈਠੇ ਬਹੁ ਪਾਸਾ। ਸੰਧਿਆ ਵੇਲੇ ਦਾ ਦੀਵਾਨ ਲੱਗਿਆ, ਫਰਸ਼ ਗੁਰੂ ਸਾਹਿਬ ਜੀ ਵਾਸਤੇ ਕੀਤਾ। ਸੰਗਤਾਂ ਦੇ ਬੈਠਣ ਵਾਸਤੇ ਫਰਸ਼ ਵਿਛਾਇਆ ਗਿਆ। ਅਣਕ ਪ੍ਰਕਾਰਨ ਬਾਰਤਾ, ਯੁੱਤ ਹਾਸ ਬਿਲਾਸਾ। ਸੋਦਰ ਦੇ ਚੌਂਕੇ ਤੋਂ ਪਹਿਲੋਂ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ, ਹਾਸੇ ਠੱਠੇ ਵੀ ਹੋਏ। ਸੂਪਕਾਰ ਤਿਸ ਕਾਲ ਮੈਂ ਹੈ, ਹਿਤ ਕਰਨ ਰਸੋਈ। ਉਧਰੋਂ ਜਿਹੜੇ ਫਿਰ ਸੂਪਕਾਰ ਨੇ, ਰਸੋਈਏ ਲਾਂਗਰੀ ਸਿੱਖ, ਉਹ ਲੰਗਰ ਤਿਆਰ ਕਰਨ ਵਾਸਤੇ ਲੱਗੇ ਹੋਏ ਨੇ। ਕੋਈ ਲੱਕੜਾ ਲਿਆ ਰਿਹਾ ਹੈ, ਕੋਈ ਪਾਣੀ ਲਿਆ ਰਿਹਾ ਹੈ, ਲੰਗਰ ਤਿਆਰ ਹੋ ਰਿਹਾ ਹੈ। ਉਧਰੋਂ ਸੋਦਰ ਦੀ ਚੌਂਕੀ ਲੱਗੀ ਹੈ। ਲੱਗੇ ਸੁਧਾਰਨ ਥਾਨ ਕੋ, ਖਨ ਅਮਣੀ ਜੋਈ। ਜਿਹੜੇ ਸੂਪਕਾਰ ਨੇ ਉਹ ਥਾਂ ਪੁੱਟ ਕੇ ਚੁੱਲ੍ਹੇ ਬਣਾ ਰਹੇ ਨੇ, ਸੁਧਾਰ ਰਹੇ ਨੇ ਕਿ ਜਿੱਥੇ ਲੰਗਰ ਬਣਾਉਣਾ ਹੈ। ਕੁਸ਼ਕ ਖਣੇ ਜਬ ਅਜਬ ਗਨ, ਕੁਸ਼ਕ ਖਣੇ ਜਬ ਅਸਥ ਗਣ। ਨਿਕਸੇ ਨਰ ਕੇਰੇ। ਕਹਿੰਦੇ ਕੁਝ ਕੁ ਜਦੋਂ ਮਿੱਟੀ ਪੁੱਟੀ ਚੁੱਲ੍ਹੇ ਬਣਾਉਣ ਲਈ, ਤੇ ਵਿੱਚੋਂ ਹੱਡੀਆਂ ਨਿਕਲੀਆਂ, ਤੇ ਹੱਡੀਆਂ ਵੀ ਲੱਗਦਾ ਸੀ ਕਿ ਜਿਵੇਂ ਮਨੁੱਖ ਦੀਆਂ ਹੱਡੀਆਂ ਨੇ। ਸ੍ਰੀ ਸਤਿਗੁਰ ਕੇ ਟਿਕ ਕਹਿਓ, ਉਦਿਆਨ ਕਨੇਰੇ। ਕਹਿੰਦੇ ਰਸੋਈਏ ਆਏ ਤੇ ਸਤਿਗੁਰੂ ਜੀ ਆ ਕੇ ਕੋਲ ਬੇਨਤੀ ਕੀਤੀ, ਸਤਿਗੁਰੂ ਜੀ ਇਹ ਬੜਾ ਸੰਘਣਾ ਜੰਗਲ ਹੈ। ਨਿਕਸਤ ਮਨੁੱਖ ਕੇ ਅਸਥ ਇੱਕ ਥਲ ਸਮੁਦਾਏ। ਕਿ ਇੱਥੇ ਲੱਗਦਾ ਕਿਸੇ ਵੇਲੇ ਸ਼ਮਸ਼ਾਨ ਘਾਟ ਹੋਏਗਾ। ਇੱਕ ਥਾਂ ਤੋਂ ਮਨੁੱਖਾਂ ਦੀਆਂ ਹੱਡੀਆਂ ਨਿਕਲ ਰਹੀਆਂ ਨੇ। ਕਿਸ ਕਾਰਨ ਇਕੱਠੇ ਕੱਢੇ ਨਹ ਜਾਣੀ ਜਾਏ। ਕਿ ਇਹ ਬੰਦੇ ਇੱਕੋ ਥਾਂ 'ਤੇ ਕਿਸੇ ਨੇ ਦੱਬੇ ਹੋਏ ਨੇ, ਦਫਨਾਏ ਹੋਏ ਨੇ। ਕਈ ਹੱਡੀਆਂ ਨਿਕਲਦੀਆਂ ਨੇ, ਇਸ ਤਰ੍ਹਾਂ ਮਤਲਬ ਕਈ ਬੰਦੇ ਦੱਬੇ ਹੋਣਗੇ। ਇਹ ਸਮਝ ਨਹੀਂ ਆਉਂਦੀ ਕਿ ਜੇ ਦਫਨਾਏ ਵੀ ਹੋਣ ਤਾਂ ਇੱਕੋ ਥਾਂ 'ਤੇ ਕਿਉਂ ਦਫਨਾਏ ਨੇ। ਉੱਠ ਗਮਣੇ ਹਿਤ ਹੇਰਣ, ਸਤਿਗੁਰ ਬਿਧੀ ਚੰਦ ਆਦਿਕ ਸਮੁਦਾਏ। ਹੁਣ ਵੇਖਣ ਵਾਸਤੇ ਸਤਿਗੁਰੂ ਜੀ ਉੱਠੇ, ਭਾਈ ਬਿਧੀ ਚੰਦ ਆਦਿਕ ਸਾਰੇ ਉੱਠ ਕੇ ਨਾਲ ਚੱਲੇ। ਜੋ ਦਰਾਏ ਸੰਗ ਸਗਰੇ ਬਿਸਮਤ, ਜਾਏ ਪੇਖਿਓ ਠੰਡੋ ਤਿਸ ਥਾਏ। ਭਾਈ ਰੋਜ਼ ਰਾਏ ਜੋਧ ਸਾਰੇ ਪਹੁੰਚੇ ਨੇ, ਵੇਖ ਕੇ ਸਾਰੇ ਬੜੇ ਹੈਰਾਨ ਹੋਏ, ਉੱਥੇ ਖੜੇ ਹੋ ਗਏ ਨੇ। ਖਨਵਾਵਤ ਨਿਗਸੇ ਨਰ ਅਸਥੇ, ਭਏ ਬ੍ਰਿੰਦ ਤਹ ਢੇਰ ਲਗਾਏ। ਸਤਿਗੁਰੂ ਕਹਿੰਦੇ ਨੇ ਭਾਈ ਇੱਧਰੋਂ ਪੱਟੋ, ਹੋਰ ਪੱਟੋ। ਜਿੱਥੋਂ ਪੱਟਦੇ ਨੇ ਉੱਥੋਂ ਹੱਡੀਆਂ ਨਿਕਲਦੀਆਂ ਨੇ। ਕਈ ਹੱਡੀਆਂ ਲੱਗੀਆਂ ਨਿਕਲੀਆਂ, ਵੱਡਾ ਢੇਰ ਲੱਗ ਗਿਆ। ਸਭ ਕੇ ਤਰੇ ਕਰੰਗ ਇੱਕ, ਸਾਰੋ ਅਸਥਿਤ ਨਾ ਭਗਣ ਤਹਿ ਦਰਸਾਏ। ਸਾਰਿਆਂ ਦੇ ਥੱਲੇ ਇੱਕ ਪੂਰੇ ਦਾ ਪੂਰਾ ਜਿਹੜਾ ਪਿੰਜਰ ਸੀ, ਸਰੀਰ ਸੀ, ਜਿੰਦੀਆਂ ਅਸਥੀਆਂ ਬਿਲਕੁਲ ਦਿਖਾਈ ਨਹੀਂ ਸਨ ਦਿੰਦੀਆਂ, ਪਰ ਪਿੰਜਰ ਬਣਿਆ ਹੋਇਆ ਸੀ, ਕੋਈ ਪਿੰਜਰ ਬਣਿਆ ਹੈ। ਸਭਨ ਬੂਝੇ ਸਤਿਗੁਰ ਬੋਲੇ, ਅਤ ਦੁਰਭਿਸ਼ ਪਰਿਓ ਇੱਕ ਕਾਲ। ਹੁਣ ਜਦੋਂ ਸਾਰਿਆਂ ਨੇ ਪੁੱਛੇ ਸਤਿਗੁਰੂ ਜੀ ਭਾਣਾ ਕੀ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਸਮੇਂ ਬਹੁਤ ਵੱਡਾ ਕਾਲ ਪਿਆ ਸੀ। ਕਿਤਕ ਬਰਖ ਬਰਖਾ ਨਾ ਕਰੇ, ਘਨ ਧਰਾ ਭਏ ਤਬ ਸ਼ੁਸ਼ਕ ਵਿਸਾਲ। ਕਿ ਕਈ ਸਾਲ ਬਾਰਿਸ਼ ਨਹੀਂ ਸੀ ਹੋਈ, ਸਾਰੇ ਪਾਸੇ ਬੇਹਾਲ ਹੋ ਗਿਆ, ਅਨਾਜ ਪੈਦਾ ਨਹੀਂ ਸੀ ਹੋਇਆ, ਰੁੱਖ ਸੁੱਕ ਗਏ, ਘਾਹ ਸੁੱਕ ਗਏ।
ਨਿਕਟ ਦੇਸ ਇਸ ਅੰਨ ਨਾ ਉਪਜਿਓ, ਸੁਦਾ ਕਸ਼ਟ ਤੇ ਮਨੁੱਖ ਬੇਹਾਲ। ਦੇਸ਼ ਦੇ ਨੇੜੇ ਤੇੜੇ ਕਿਤੇ ਅਨਾਜ ਨਹੀਂ ਸੀ, ਭੁੱਖ ਦੇ ਨਾਲ ਲੋਕ ਜਿਹੜੇ ਸੀ ਬੇਹਾਲ ਹੋ ਗਏ। ਤਜ ਤਜ ਸਦਨ ਫਿਰੇ ਸਭ, ਇਤ ਉਤ ਤ੍ਰਿਪਤ ਨਾ ਹੋਤ, ਰਹੇ ਬਹੁ ਭਾਲ। ਲੋਕ ਘਰਾਂ ਨੂੰ ਛੱਡ ਕੇ ਨਿਕਲ ਗਏ, ਕਿਉਂਕਿ ਇੰਨਾ ਜ਼ਿਆਦਾ ਕਾਲ ਪਿਆ, ਪਸ਼ੂ ਮਰ ਗਏ, ਖਾਣ ਵਾਸਤੇ ਅਨਾਜ ਨਹੀਂ ਰਿਹਾ। ਘਰਾਂ ਨੂੰ ਛੱਡ ਕੇ ਨਿਕਲੇ, ਕਿਤੋਂ ਨਾ ਕਿਤੋਂ ਕੁਛ ਮਿਲੇ, ਪਰ ਜੰਗਲ ਸੁੱਕ ਗਏ, ਜੰਗਲਾਂ ਵਿੱਚ ਵੀ ਕੁਝ ਨਹੀਂ ਮਿਲਿਆ। ਜਿਸ ਕੋ ਸਰਬ ਕਰੰਗ ਇਹ ਦੇਖਤ, ਹੁਤੋ ਸਮੈ ਤਿਸ ਅਜਮਤਵਾਨ। ਸਤਿਗੁਰੂ ਹੀ ਕਹਿੰਦੇ ਆ, ਜਿਹੜਾ ਸਾਰਿਆਂ ਦੇ ਥੱਲੇ ਤੁਸੀਂ ਪਿਆ ਹੋਇਆ, ਪੂਰੇ ਦਾ ਪੂਰਾ ਪਿੰਜਰ ਵੇਖ ਰਹੇ ਹੋ ਨਾ, ਹੱਡੀਆਂ ਦੀਆਂ ਜਿਹੜੀਆਂ ਬਿਲਕੁਲ ਮਿੱਟੀ ਬਣ ਗਈਆਂ ਸਨ, ਇਹ ਉਸ ਵੇਲੇ ਬੜਾ ਵੱਡਾ ਕਰਾਮਾਤੀ ਸੀ। ਤਿਸ ਜੇ ਚਿਤ ਚਾਹਤ ਆਪਣੇ, ਇਹ ਤਬ ਖਸ਼ਟ ਰਸਨ ਕੇ ਅਸਨ ਮਹਾਨ। ਕਹਿੰਦੇ ਹੈ ਕਰਾਮਾਤੀ ਸੀ। ਜੇ ਇਹ ਚਾਹੁੰਦਾ ਤੇ ਆਪਣੇ ਖਾਣ ਵਾਸਤੇ ਜਾਂ ਹੋਰ ਲੋਕਾਂ ਦੇ ਖਾਣ ਵਾਸਤੇ ਵੀ 6 ਮਹੀਨਿਆਂ ਦਾ ਅਨਾਜ ਇਹ ਆਪਣੀ ਕਰਾਮਾਤ ਨਾਲ ਪੈਦਾ ਕਰ ਸਕਦਾ ਸੀ। ਪੱਕੀ ਰੋਟਕਾ ਸੂਪਰੋ ਓਦਨ, ਅਣਕ ਬਿਦਨ ਕੇ ਗਨ ਪਕਵਾਨ। ਏਡਾ ਵੱਡਾ ਕਰਾਮਾਤੀ ਸੀ ਕਿ ਅਨਾਜ ਛੱਡੋ, ਪੱਕੀਆਂ ਪਕਾਈਆਂ ਰੋਟੀਆਂ, ਦਾਲ ਸਬਜ਼ੀ ਜੋ ਚਾਹੇ ਇਹ ਕਰਾਮਾਤਾਂ ਨਾਲ ਤਿਆਰ ਕਰ ਸਕਦਾ ਸੀ। ਸਭ ਆਵਣੇ ਕੋ ਸਾਧਨ ਕਰਤੋ, ਬਾਂਛਤ ਬਣਤ ਜੇ ਕਰਤ ਬਖਾਨ। ਇਹ ਕੇਵਲ ਆਪਣੇ ਇਲਾਕੇ, ਆਪਣੇ ਨਗਰ ਦੇ ਲੋਕਾਂ ਨੂੰ ਨਹੀਂ, ਕਿ ਜੇ ਸਾਰੇ ਧਰਤੀ ਦੇ ਲੋਕਾਂ ਨੂੰ ਵੀ ਇਹ ਸਾਰਾ ਕੁਝ ਦੇਣਾ ਚਾਹੁੰਦਾ ਨਾ, ਦੇ ਸਕਦਾ ਸੀ। ਕਿਉਂਕਿ ਜੋ ਮੂੰਹ ਤੋਂ ਮੰਗਦਾ, ਜੋ ਮੂੰਹ ਤੋਂ ਕੱਢਦਾ, ਇਹਨੂੰ ਮਿਲ ਜਾਂਦਾ। ਇਹਦੇ ਕੋਲ ਕਰਾਮਾਤਾਂ ਸੀ, ਪਰ ਕਰਾਮਾਤਾਂ ਹੁੰਦਿਆਂ ਹੋਇਆਂ ਵੀ ਇਹਨੇ ਕਰਾਮਾਤਾਂ ਵਿਖਾਈਆਂ ਨਹੀਂ। ਇਸ ਕਰਾਮਾਤੀ ਮਹਾਂਪੁਰਸ਼ ਬਾਰੇ ਸਤਿਗੁਰੂ ਜੀ ਕੁਝ ਕੁ ਬਚਨ ਹੋਰ ਅੱਗੇ ਦੱਸਣਗੇ। ਉਹ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਆਪਾਂ ਕੱਲ੍ਹ ਦੇ ਪ੍ਰਸੰਗ ਵਿੱਚ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ